बिस्मिल्लाहिर्रहमानिर्रहीम अस्सलाम वालेकुम। वेलकम टू द फार्मिंग टिप्स में शाहिद अली अवान की जानिब से खुश आमदीद। नाजरीन, आज आपको जिन बुज़ुर्गों के पास लेके आया हूँ, इंशाल्लाह इनकी फ़ायदेमंद बातों का आपको मज़ा भी आएगा और इन बातों का आपको फ़ायदा भी होगा। ना सिर्फ बात करने का अंदाज़ अच्छा है बल्कि बात भी सीधी और खरी करते हैं और फ़ायदेमंद बात करते हैं। तो इंशाल्लाह ये वीडियो आपके लिए फ़ायदेमंद होने वाली है। अगर आप डेयरी फार्मर हैं या बफलो फार्मर हैं तो ये वीडियो ज़रूर देखिए, और अगर आप नया कारोबार शुरू करने का इरादा रखते हैं तो फिर तो आपको ये वीडियो लाजमी देखनी चाहिए। तो चलिए प्रॉपर इंटरव्यू स्टार्ट करते हैं, लेकिन उससे पहले याद करवाना चाहता हूँ कि अगर आप फेसबुक यूज़र हैं तो हमारे पेज को लाइक और फॉलो कीजिए, और अगर आप यूट्यूब व्यूअर हैं तो हमारे चैनल को सब्सक्राइब करके बेल आइकन दबाइए ताकि हर नई बनने वाली वीडियो की इत्तला आप तक बर वक्त पहुँच सके। तो चलिए प्रॉपर इंटरव्यू स्टार्ट करते हैं। अस्सलाम वालेकुम। वालेकुम सलाम। क्या हाल है चाचा? अल्लाह की रहमत मेहरबानी। चाचा की ना अपना? अहमद अली। चाचा अहमद दा इलाका केड़ा है? ये इलाका सियालकोट दा। पिंड अपना? ढूंढा। ढूंढा। अच्छा चाचा, ये दसो कि मज्जां दा कारोबार किन्ने अरसे तो कर रहे हो? बड़े चिर दा जो मुंडा बनया उदों दा। अच्छा, जो जवानी च आया। यानी जवानी तो तुसी ये काम कर रहे हो? हाँ। लेकिन लंबा अरसा हो गया? हाँ हो गए ना, मैं को 50 साल। चाचा तुहाडा इस इलाके 'च ना है कि तुसी जानवरां नूं बड़ा समझदे हो। हाँ जी। ते अज जरा चंगी मझ दी निशानियां दसो कि अगर मझ खरीदनी होए मंडी 'च जाके ते ओदियां की निशानियां हुंदियां? ओदियां निशानियां ने पे सिर मूँह दी सोहनी ठीक है, ते थन मुट्ठी होण ठीक ते है, अड्डो अड्ड थन होण ठीक है, ते बहाना होए गोल ठीक है, इक्को जिहा, कोई पल्ला ना होए, कोई लैनी ना देनी होए, ठीक है। वो मझ खरीदनी चाहिदी। ओदी जिल्द ओदी स्किन दे बारे च की निशानी दसोगे? ਉਹਦਾ ਪਤਲਾ ਚੰਮ ਹੋਵੇ, ਮੂੰਹ ਦੀ ਵੀ ਕੋਈ ਨਿਸ਼ਾਨੀ ਹੈ? ਮੂੰਹ ਦੀ ਮਤਲਬ ਸਿੰਘ ਮੂੰਹ ਦੀ ਸੋਹਣੀ ਹੋਵੇ, ਠੀਕ ਮੂੰਹ ਪਤਲਾ ਹੋਵੇ, ਠੀਕ ਹੈ, ਤੇ ਪਿੱਛੋਂ ਭਾਰੀ ਹੋਵੇ। ਠੀਕ ਹੈ। ਚਾਚਾ ਤੁਹਾਡੇ ਖਿਆਲ 'ਚ ਚੰਗੀ ਮੱਝ ਮੰਡੀ 'ਚ ਲੱਭ ਜਾਂਦੀ ਜਾਂ ਪਿੰਡਾਂ 'ਚ ਫੇਰ ਕੇ ਲੈਣੀ ਪੈਂਦੀ? ਪਿੰਡਾਂ ਤੋਂ ਫੇਰ ਕੇ ਕੋਈ ਗਰਜਵੰਦ ਟੱਕਰ ਜਾਏ ਤੇ ਠੀਕ ਉਹ ਚੰਗੀ ਹੈ, ਇਦੋਂ ਵੀ ਮੰਡੀ ਤੋਂ ਵੀ ਬਿਹਤਰ। ਮੰਡੀ ਜਦ ਇੱਕ ਤਾਂ ਵੱਢ ਕਰਦੀ ਮੈਂ ਕਿਸ ਤਰ੍ਹਾਂ? ਦਲਾਲ ਲੈਂਦੇ ਨੇ, ਕੋਈ ਲਿਖਾਈ ਲੈਂਦੇ ਨੇ। ਠੀਕ ਹੈ। ਹਾਂ ਅੱਜ ਕੱਲ ਮੁਨਾਸਬ ਮੱਝ ਜਿਹੜੀ ਕੋਈ 10-15 ਕਿਲੋ ਦੁੱਧ ਦੇ ਜਿਹੜੇ ਹਾਂਜੀ, ਉਹ ਕਿੰਨੇ ਕੁ ਦੀ ਮਿਲ ਜਾਂਦੀ? ਉਹ ਨਗਦ ਪੈਸੇ ਕਿਤੇ ਦਈਏ, ਕੋਈ ਗਰਜਵੰਦ ਮਿਲ ਜਾਏ 2 ਲੱਖ ਦੀ ਮਿਲ ਜਾਂਦੀ। 2 ਲੱਖ ਦੀ? ਹਾਂ ਠੀਕ ਹੈ। ਤੇ ਅਗਰ ਉਹੀ ਮੱਝ ਮੰਡੀ 'ਚ ਲਈਏ ਤੇ ਕਿੰਨੇ ਦੀ ਪਏਗੀ? ਸਾਰਾ ਕੁਝ ਪਾਪ ਹੋ ਗਿਆ ਉਹ 2.5 ਦੀ ਪੈਣੀ ਮੰਡੀ, ਯਾਨੀ 50,000 ਰੁਪਏ ਉੱਤੇ ਇਜ਼ਾਫੀ ਲੱਗ ਆ ਜਾਫੀ ਲੱਗ ਜਾਂਦਾ। ਠੀਕ ਹੈ। ਤੇ ਅੱਜ ਕੱਲ ਜਿਹੜੀਆਂ ਮੱਝਾਂ ਨੇ ਅੱਛੀ ਤੁਹਾਡੀ ਨਜ਼ਰ 'ਚ ਕਿਹੜੇ ਇਲਾਕੇ ਦੀਆਂ ਨੇ? ਸਾਹੀਵਾਲ ਦੀਆਂ, ਚੀਚਾ ਵਤਨੀ ਦੀਆਂ, ਪਾਕ ਪਟਨ ਦੀਆਂ। ਇਹ ਸਾਈਡ ਦੀਆਂ ਮੱਝਾਂ ਸਹੀ ਨੇ? ਹਾਂ ਸਹੀ ਨੇ। ਅੱਛਾ, ਜਦੋਂ ਸਾਡੇ ਪਾਸੇ ਆਉਂਦੀਆਂ ਨੇ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਉਸ ਇਲਾਕੇ ਦੀ ਮੱਝ ਹੈ? ਉਹਨਾਂ ਦੀ ਨਿਸ਼ਾਨੀ ਹੁੰਦੀ, ਬੂਥੀ ਪਤਲੀ ਹੁੰਦੀ, ਠੀਕ ਹੈ, ਸਿੰਘ ਸੋਹਣੇ ਪਤਲੇ ਹੁੰਦੇ ਨੇ, ਠੀਕ ਹੈ, ਆਹ ਨਿਸ਼ਾਨੀ ਉਹਨਾਂ ਦੀ। ਠੀਕ ਹੈ, ਤੇ ਮਤਲਬ ਮੂੰਹੋਂ ਬੋਲੀ ਵੀ ਹੁੰਦੀ ਹੈ ਕਈ, ਤੇ ਕਈ ਨਹੀਂ ਹੁੰਦੀ ਹੈ। ਠੀਕ ਹੈ। ਸਭ ਤੋਂ ਬਿਹਤਰ ਇੱਕ ਰੰਗ ਦੀ ਹੈ, ਕਾਲੇ ਰੰਗ ਦੀ ਮਹੀਂ ਹੋਵੇ, ਜਿਹੜੀ ਮੁਕੰਮਲ ਕਾਲੀ ਹੋਵੇ ਸਭ ਤੋਂ ਬਿਹਤਰ ਹੁੰਦੀ? ਸਭ ਤੋਂ ਬਿਹਤਰ ਉਹ ਮੱਝ ਨਿਕਲਦੀ। ਠੀਕ ਹੈ, ਹਾਂ ਸਹੀ ਹੋ ਗਿਆ। ਤੇ ਅੱਜ ਕੱਲ ਜਿਹੜੀ ਤੁਹਾਡੇ ਕੋਲ ਜਾਨਵਰ ਨੇ, ਇਹਨਾਂ 'ਚ ਜਿਹੜਾ ਜਾਨਵਰ ਜ਼ਿਆਦਾ ਤੋਂ ਜ਼ਿਆਦਾ ਦੁੱਧ ਹੱਟਦਾ ਉਹ ਕਿੰਨਾ ਕੁ ਦੇ ਸਕਦਾ? ਇੰਨਾ ਹੀ ਦਿੰਦਾ। ਹੁਣ ਪੱਠਾ ਛੱਠਾ ਕੋਈ ਨਹੀਂ, ਕੋਈ 10 ਦੇ ਹੜੇ 12 ਦੇ ਹੜੇ ਤੋਂ ਵੱਧ ਨਹੀਂ ਦਿੰਦੀਆਂ। ਠੀਕ ਹੈ, ਉਂਝ ਲੋਕ ਆਖਣ ਨੂੰ ਭਾਵੇਂ 20 ਕਿਲੋ ਆਖ ਛੱਡਦੇ ਨੇ, ਠੀਕ ਹੈ। ਉਹ ਐਵੇਂ ਹੀ ਹੈ ਜਾਣ ਕੇ ਝੂਠ ਹੈ? ਝੂਠ ਹੈ। ਉਸ ਦਿਨ 10 12 15 ਹੀ, ਹਾਂ ਇੰਨਾ ਹੀ। ਇਸ ਤੋਂ ਵੱਧ ਨਹੀਂ? ਹਾਂ ਉਹ ਚੇਤਰ ਦੀ ਬਹਾਰ ਵਿੱਚ 15 ਵੀ ਦੇ ਹਟਦੀਆਂ ਨੇ, ਉਦੋਂ ਸਟਾਲਾ ਹੁੰਦਾ। ਸਹੀ ਹੈ। ਹੁਣ ਖੁਸ਼ਕ ਬਹਾਰ ਹੈ, ਖੁਸ਼ਕ। ਸਹੀ ਹੈ। ਹੁਣ ਉਹ ਦੁੱਧ ਖੁਸ਼ਕ ਹੋ ਗਿਆ। ਅੱਛਾ ਚਾਚਾ, ਮੈਂ ਕਈ ਦਫਾ ਵੀਡੀਓ ਚਾੜਨਾ ਤੇ ਸਾਡੇ ਕੁਝ ਇੰਡੀਆ ਦੇ ਵਿਊਅਰ ਵੀ ਨੇ, ਉਹ ਕਹਿੰਦੇ ਨੇ ਜੀ ਕੀ ਗੱਲ ਹੈ ਪਾਕਿਸਤਾਨ ਦੀਆਂ ਮੱਝਾਂ ਦੁੱਧ ਥੋੜਾ ਦਿੰਦੀਆਂ ਨੇ, ਸਾਡੇ ਕੋਲ ਮੱਝਾਂ 25 ਕਿਲੋ ਵੀ ਦੁੱਧ ਦਿੰਦੀਆਂ ਨੇ। ਉਹ ਪੱਠੇ ਦਾ ਵੀ ਸ਼ੁਮਾਰ ਹੈ, ਜੂਆਂ ਦਾ ਵੀ ਸ਼ੁਮਾਰ ਹੈ। ਇੱਕ ਜੂਆਂ ਐਸੀਆਂ ਭਾਰੀਆਂ ਨੇ, ਉੱਥੇ ਪੱਠਾ ਤਾਕਤ ਵਾਲਾ, ਉੱਥੇ ਮੱਝਾਂ ਬਹੁਤਾ ਦੁੱਧ ਦਿੰਦੀਆਂ ਨੇ। ਠੀਕ ਹੈ। ਇੱਕ ਜੂਆਂ ਹੋ ਗਈਆਂ ਨੇ, ਉਹ ਪੱਠਾ ਵੀ ਉੱਡਾ ਹੀ ਹੋਇਆ, ਉਹ ਮੱਝਾਂ ਘੱਟ ਦੁੱਧ ਦਿੰਦੀਆਂ ਨੇ। ਤੇ ਅਗਰ ਜਾਨਵਰਾਂ ਦੀ ਤਾਕਤ ਵਧਾ ਦਿੱਤੀ ਜਾਏ ਵੰਡਾ ਪਾ ਕੇ, ਤੇ ਕਿਆ ਫੇਰ ਵੱਧ ਦੁੱਧ ਲਿਆ ਜਾ ਸਕਦਾ? ਹਾਂ ਵੱਧ ਲਿਆ ਜਾਂਦਾ ਵੰਡਾ ਪਾਈਏ ਤੇ। ਕਿਹੜਾ ਵੰਡਾ ਸਹੀ ਰਹਿੰਦਾ ਤੁਹਾਡਾ? ਅਸੀਂ ਤੇ ਪਾਉਂਦੇ ਉਹ ਕਰਾ ਚਣਿਆਂ ਦਾ। ਠੀਕ ਹੈ। ਆਮ ਵੰਡਾ ਤੇ ਜਾਂ ਖਾਲ ਕੋਲੂ ਦੀ ਪਾਉਂਦੇ, ਉਹ ਨਾਲ ਦੁੱਧ ਬਹੁਤਾ ਕਰਦੇ। ਰੋਟੀਆਂ ਆ 3 ਵੰਡੇ ਰਾਹ ਕੇ ਪਾਈਏ ਨਾ ਤੇ ਦੁੱਧ ਬਹੁਤਾ ਕਰਦੀਆਂ ਨੇ ਮਈਆਂ। ਰਾਤ ਨੂੰ ਪਾਈਦਾ ਜਾਂ ਦੋਨੋਂ ਟਾਈਮ? ਦੋਏ ਟਾਈਮ ਹੀ ਪਾਈਦਾ। ਤੇ ਕਿੰਨਾ ਕਿਹੜੀ ਸ਼ੈ ਪਾਈਦੀ? ਮਤਲਬ ਨਹੀਂ ਦੇ ਮੁਤਾਬਕ ਵੀ ਪਾਈਦਾ ਨਾ, ਜਿਹੜੀ ਪਚਾ ਵੀ ਲਏ। ਕਿਲੋ ਰੋਟੀਆਂ ਪਾ ਲਈਆਂ, ਕਿਲੋ ਖਾਲ ਪਾ ਲਈ, ਕਿਲੋ ਕਰਾ ਪਾ ਲਿਆ, ਇੰਨਾ ਪਾਣਾ ਚਾਹੀਦਾ। ਇੱਕ ਟਾਈਮ ਦਾ ਜਾਂ ਟੋਟਲ? ਇੱਕ ਟਾਈਮ ਦਾ ਇੰਨਾ। 3 ਕਿਲੋ ਹੋ ਗਿਆ ਇੱਕ ਟਾਈਮ ਦਾ? 3 ਕਿਲੋ? 3 ਕਿਲੋ ਇੱਕ ਟਾਈਮ ਦਾ। ਤੇ 6 ਕਿਲੋ ਜਾਨਵਰ ਪਚਾ ਜਾਂਦਾ? ਪਚਾ ਜਾਂਦਾ ਜਿਹੜਾ ਗਾਖਿਆ ਹੋਏ, ਜਿਹਨੇ ਗਿੱਜਿਆ ਹੋਏ ਖਾਣ।
ਤੇ ਜਿਹੜਾ ਨਾ ਗਿੱਜਾ ਹੈ ਉਹ ਤਾਂ ਮਹਾ ਕਿਲੋ ਜੋਗਾ ਹੀ ਹੁੰਦਾ ਨਾ। ਉਹ ਕਿਸ ਤਰ੍ਹਾਂ ਪਤਾ ਚੱਲੇਗਾ ਵੀ ਇਹ ਖਾਈਏਗਾ? ਉਹ ਪਤਾ ਲੱਗ ਜਾਂਦਾ ਨਾ, ਮਤਲਬ ਗਰਾਨ ਹੋ ਜਾਂਦੀ ਮੱਝ ਨੂੰ। ਜੇ ਤਾਂ ਬਹੁਤਾ ਵੰਡਾ ਪਾ ਹੜੀਏ ਤਾਂ ਅਗਲੀ ਦੁੱਧੋਂ ਬਹਿ ਜਾਂਦੀ। ਠੀਕ ਹੈ। ਹਾਂ, ਵੰਡਾ ਉਨਾ ਹੀ ਪਾਉਂਦੇ ਅਸੀਂ ਜਿਹੜਾ ਮੈਂ ਪਹੁੰਚਾਉਂਦੀ ਹੈ। ਠੀਕ ਹੈ। ਹੌਲੀ ਹੌਲੀ ਮਤਲਬ ਉਸ ਲੈਵਲ ਤੇ ਲਿਆਉਂਦੇ ਆ। ਨਹੀਂ ਜੀ ਨਵੀਂ ਆਂਦੀ ਹੈ, ਪਹਿਲੋਂ ਉਹਨੂੰ ਕਿਲੋ ਪਾਣਾ, ਫਿਰ 2 ਪਾਣਾ, ਉਹ ਜਿਉਂ ਗਾਖ ਜਾਣਾ, ਜਿਉਂ ਫਿਰ ਵੰਡਾ ਪਾ ਲੈਣਾ ਬਹੁਤਾ। ਠੀਕ ਹੋ ਗਿਆ। ਹਾਂ। ਅੱਛਾ ਚਾਚਾ, ਇਹ ਦੱਸੋ ਕਿ ਚੰਗੀ ਨਸਲ ਦੀ ਗਾਂ ਦੀਆਂ ਕੀ ਨਿਸ਼ਾਨੀਆਂ? ਚੰਗੀ ਨਸਲ ਦੀ ਗਾਂ ਤੇ ਆਸਟ੍ਰੇਲੀਆ ਦੀ ਜਿਹੜੀ ਆਂਦੇ ਨੇ, ਡੱਬਾ ਮੋਟਾ ਰੰਗ ਹੋਵੇ, ਮੋਟੀ ਡੱਬੀ ਹੋਵੇ, ਸਿੰਘ ਸੋਹਣੇ ਹੋਣ, ਥਣ ਉਹਦੇ ਵੀ ਮੁੱਠੀ ਹੋਣ। ਠੀਕ ਹੈ। ਉਹ ਚੰਗੀ ਨਸਲ ਦੀ ਗਾਂ। ਠੀਕ ਹੈ। ਅੱਜ ਕੱਲ੍ਹ ਜਿਹੜੀ ਚੰਗੀ ਨਸਲ ਦੀ ਗਾਂ ਹੈ ਸਾਡੇ ਪਿੰਡਾਂ 'ਚ, ਉਹ ਕਿੰਨਾ ਕੁ ਦੁੱਧ ਦੇ ਛੱਡਦੀ? ਉਹ ਤਾਂ 20 ਸਿਰ ਵੀ ਦੇ ਹੜਦੀ, 25 ਸਿਰ ਵੀ ਦੇ ਹੜਦੀ। ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ ਦਾ ਟੋਟਲ। ਅੱਛਾ ਚਾਚਾ, ਗਾਈਆਂ ਦੀ ਸਿਹਤ ਦਾ ਵੀ ਹਾਲ ਇੰਜ ਹੀ ਰੱਖੀਦਾ ਜਾਂ ਕੋਈ ਫਰਕ ਹੈ ਮੱਝਾਂ ਨਾਲੋਂ? ਮੱਝਾਂ ਨਾਲ ਫਰਕ, ਉਹ ਸੋਲ ਮਾਲ ਹੈ। ਉਹਨਾਂ ਦਾ ਕਿਸ ਤਰ੍ਹਾਂ ਰੱਖਣਾ ਚਾਹੀਦਾ ਫਰਕ? ਉਹਨਾਂ ਨੂੰ ਟੀਕਾ ਵੀ ਲਵਾਉਣਾ ਪੈਂਦਾ, ਕਿਤੇ ਵੇਖਲ ਤੇ ਕੋਈ ਪੱਠੇ ਬਹੁਤੇ ਖਾ ਲੈਣ। ਠੀਕ ਹੈ। ਉਹਨਾਂ ਦੀ ਹਿਫਾਜ਼ਤ ਬਹੁਤੀ ਹੈ। ਠੀਕ ਹੋ ਗਿਆ। ਗਾਈਆਂ ਬਲੈਤਨਾਂ ਦੀ, ਵਲੈਤਨ ਗਾਂ ਦੀ ਹਿਫਾਜ਼ਤ ਜ਼ਿਆਦਾ ਹੈ। ਅੱਛਾ, ਤੁਹਾਡੀ ਨਜ਼ਰ 'ਚ ਫਾਇਦਾਮੰਦ ਕੰਮ ਕਿਹੜਾ ਹੈ, ਗਾਈਆਂ ਦਾ ਜਾਂ ਮੱਝਾਂ ਦਾ? ਗਾਈਆਂ ਦਾ ਫਾਇਦਾ ਜੇ ਉਹਨਾਂ ਨੂੰ ਸਾਹ ਲੰਮੀਆਂ ਰਹਿਣ, ਸਾਹ ਲੈਂਦੀਆਂ ਰਹਿਣ, ਮਤਲਬ ਜਿਉਂਦੀਆਂ ਰਹਿਣ, ਜਿਉਂਦੀਆਂ। ਤੇ ਉਹ ਕੀ ਉਹਨਾਂ ਨੂੰ ਨੁਕਸਾਨ ਹੋ ਜਾਂਦਾ? ਹੋ ਜਾਂਦਾ ਨਾ ਬਹੁਤੇ ਦੁੱਧ ਵਾਈਆਂ ਦਾ। ਉਹ ਕਿਸ ਤਰ੍ਹਾਂ? ਜਾਂ ਚੰਦਰੀ ਪੈ ਜਾਏ ਦੀ, ਜਾਂ ਉਂਝ ਦੁਨੀਆ ਤੋਂ ਤੁਰ ਜਾਏ ਦੀ। ਨਹੀਂ, ਇਹ ਚੀਜ਼ਾਂ ਵੀ ਵਿੱਚ ਪਾ ਲਈਏ, ਮਤਲਬ ਸ਼ਾਮਲ ਕਰ ਲਈਏ। ਗਾਈਆਂ ਦੇ ਵਿੱਚ ਸ਼ਰਮ ਮਵਾਦ ਜ਼ਿਆਦਾ ਹੈ ਮੱਝਾਂ ਨਾਲੋਂ। ਹਾਂ। ਤੇ ਓਵਰਆਲ ਦੱਸੋ ਕਿ ਕੰਮ ਦੋਵਾਂ 'ਚੋਂ ਫਾਇਦਾਮੰਦ ਕਾਰੋਬਾਰ? ਫਾਇਦਾ ਤੇ ਵੇ ਗਾਈਆਂ ਦਾ ਬਹੁਤਾ, ਜੇ ਉਹਨਾਂ ਦਾ ਦੁੱਧ ਵਿਕਦਾ ਜਾਏ ਤੇ ਦੁੱਧ ਨਾ ਵਿਕੇ ਤੇ ਫੇਰ ਤਾਂ ਕੋਈ ਫਾਇਦਾ ਨਹੀਂ। ਦੇਖੋ ਨਾ, ਹੁਣ ਸਾਡੇ ਏਰੀਆ 'ਚ ਤੇ ਲੋਕ ਦੁੱਧ ਨਹੀਂ ਲੈਂਦੇ ਉਹਨਾਂ ਦਾ, ਆਂਦੇ ਨੇ ਅਸੀਂ ਨਹੀਂ ਲੈਂਦੇ, ਤੁਹਾਨੂੰ ਮੱਝਾਂ ਦਾ ਫਾਇਦਾ ਤੇ ਬਹੁਤਾ ਉਹਨਾਂ ਦਾ ਕਿਉਂ ਗਿਣਨੇ ਆ, ਉਹਨਾਂ ਦੇ ਜਾ ਚੰਗੇ ਪਲਦੇ ਨੇ ਮਗਰੋਂ। ਠੀਕ ਹੈ। ਤੇ ਦੁੱਧ ਵੀ ਬਹੁਤਾ ਦਿੰਦੀਆਂ ਨੇ। ਠੀਕ ਹੈ। ਤੇ ਉਹ ਨਾਲੋਂ ਨਾਲ ਵਿਕਦਾ ਜਾਂ ਫਿਰ ਤੇ ਉਹਨਾਂ 'ਚ ਬਹੁਤਾ ਫਾਇਦਾ ਮਈਆਂ ਨਾਲੋਂ। ਠੀਕ ਹੈ। ਤੇ ਨਹੀਂ ਤੇ ਸਾਡੇ ਜੱਟਾਂ ਵਾਸਤੇ ਮਈਆਂ ਚੰਗੀਆਂ। ਅੱਛਾ, ਹੁਣ ਤੁਸੀਂ ਮੈਨੂੰ ਇੱਕ ਗੱਲ ਫਾਈਨਲ ਇਹ ਦੱਸੋ ਕਿ ਕੱਲੀਆਂ ਮੱਝਾਂ ਰੱਖਣੀਆਂ ਚਾਹੀਦੀਆਂ ਨੇ, ਕੱਲੀਆਂ ਗਾਈਆਂ ਰੱਖਣੀਆਂ ਚਾਹੀਦੀਆਂ? ਨਹੀਂ, ਲਾ ਕੇ। ਹਾਂ। ਕਿੰਨੀਆਂ ਮੱਝਾਂ 'ਚ ਕਿੰਨੀਆਂ ਗਾਈਆਂ? ਉਹ 8-10 ਮੱਝਾਂ ਹੋਣ, 2 ਗਾਈਆਂ ਵਿੱਚ ਪਾ ਲਈਏ, ਉਹਨਾਂ ਦਾ ਦੁੱਧ ਨਹੀਂ ਜਾਪਦਾ, ਉਹ ਦੁੱਧ ਹੀ ਚੁੱਕੀ ਜਾਂਦੇ ਨੇ। ਠੀਕ ਹੋ ਗਿਆ। ਯਾਨੀ 5 ਮੱਝਾਂ ਦੇ ਬਦਲੇ 1 ਗਾਂ। 1 ਗਾਂ। ਤੇ ਅਗਰ ਕਿਸੇ ਨੇ 50 ਮੱਝਾਂ ਰੱਖੀਆਂ ਨੇ ਤਾਂ 10 ਗਾਈਆਂ ਰੱਖ ਸਕਦਾ। 10 ਗਾਈਆਂ ਰੱਖ ਸਕਦਾ। ਠੀਕ ਹੋ ਗਿਆ, ਜ਼ਬਰਦਸਤ ਚਾਚਾ। ਅੱਛਾ, ਇਹ ਦੱਸੋ ਕਿ ਅਗਰ ਕੋਈ ਜਾਨਵਰ ਨਵਾਂ ਹੋ ਜਾਂਦਾ ਹੈ, ਹਾਂਜੀ, ਮਤਲਬ ਉਹ ਸੂਣ ਵਾਲਾ ਹੋ ਜਾਂਦਾ ਹੈ, ਹਾਂਜੀ, ਉਸ ਦਿਨ ਤੋਂ ਲੈ ਕੇ ਜਦੋਂ ਉਹ ਨਵਾਂ ਨੂੰ ਟੀਕਾ ਲਵਾਇਆ ਜਾਂ ਉਹ ਕਿਸੇ ਸਾਂਢ ਕੋਲ ਹੋਇਆ ਤੇ ਬੱਚਾ ਦੇਣ ਤੱਕ ਉਸ ਜਾਨਵਰ ਦੀ ਕੇਅਰ ਕਿਸ ਤਰ੍ਹਾਂ ਕਰਨੀ ਚਾਹੀਦੀ ਕਿ ਇੱਕ ਤੇ ਉਹ ਸੂਆ ਮਿਸ ਨਾ ਕਰੇ, ਇੱਧਰ ਨੂੰ ਆਇਆ, ਇੱਕ ਸੂਆ ਮਿਸ ਨਾ ਕਰੇ ਔਰ ਬੱਚਾ ਵੀ ਠੀਕ ਠਾਕ ਦੇਖ ਲਿਓ? ਉਹਨੂੰ ਫਾਜ ਤੇ ਟੀਕਾ ਲਵਾਇਆ ਕਰੋ ਮਹੀਨੇ ਬਾਅਦ। ਕਿਹੜਾ ਫਾਜ ਤੇ ਟੀਕਾ? ਜਿਹੜਾ ਡਾਕਟਰ ਆਮ ਦਿੰਦੇ ਨੇ ਲਿਖ ਕੇ। ਅੱਛਾ। ਉਹਨੂੰ ਫਾਜ ਤੇ ਟੀਕਾ। ਫਾਜ ਟੀਕੇ ਗਰਮ ਨਹੀਂ ਲੱਗ ਜਾਂਦੇ? ਨਹੀਂ, ਉਹ ਫਾਜਤ ਵਾਸਤੇ ਨੇ। ਅੱਛਾ, ਜ਼ਿਆਦਾ ਫਾਜਤ ਵਾਸਤੇ। ਯਾਨੀ ਉਹਦੇ ਨਾਲ ਹਮਲ ਸੇਫ ਰਹਿੰਦਾ? ਸੇਫ ਰਹਿੰਦਾ। ਸਹੀ ਹੋ ਗਿਆ। ਯਾਨੀ ਡਾਕਟਰ ਨਾਲ ਰਾਬਤਾ ਕੀਤਾ ਜਾਏ? ਡਾਕਟਰ। ਅੱਛਾ, ਤੇ ਉਸ ਤੋਂ ਬਾਅਦ ਜੋ ਜਾਨਵਰ ਦੁੱਧ ਸੂਣ ਦੇ ਕਰੀਬ ਹੁੰਦਾ, 1 ਮਹੀਨਾ ਰਹਿੰਦਾ ਹੁੰਦਾ ਹੈ, ਤੇ ਕਿਆ ਉਹਦੀ ਕੋਈ ਸਪੈਸ਼ਲ ਸੇਵਾ ਕਰਨੀ ਚਾਹੀਦੀ ਹੈ ਜਾਂ ਘਿਓ ਸ਼ੋ ਦੇਸੀ ਦੇਣਾ ਚਾਹੀਦਾ? ਕਿੰਨਾ ਔਰ ਕਿਸ ਟਾਈਮ? ਮੱਝਾਂ ਨੂੰ 5 ਕਿਲੋ ਵੀ ਦੇ ਲਈਏ ਤਾਂ ਥੋੜਾ, ਸੇਵਾ ਦਾ ਕੀ ਬਣਨਾ। 10 ਕਿਲੋ ਵੀ ਗਾਈ ਨੂੰ ਦੇ ਲਈ ਤਾਂ ਥੋੜਾ। ਤੇ ਕੁਝ ਗਾਈ ਨੂੰ ਗੁੜ ਚਾਰਨਾ ਚਾਹੀਦਾ, ਗੁੜ ਸੂਣ ਵਾਲੀ ਨੂੰ। ਕਿੰਨੇ ਦਿਨ ਪਹਿਲੇ ਔਰ ਕਿੰਨਾ ਕਾ? ਮਹੀਨਾ ਪਹਿਲੋਂ। ਦਰਮਿਆਨਾ ਜਾਂ ਦੱਸ ਸਕੋ ਨਾ? ਮਹੀਨਾ ਪਹਿਲੋਂ ਸਾਹਿਬ। ਮਹੀਨਾ ਪਹਿਲੋਂ। ਰੋਜ਼ਾਨਾ ਕਿੰਨਾ ਕਾ? ਪਾ ਘਿਓ ਜੇ ਦੇਣਾ ਤੇ ਪਾ ਦੇਣਾ, ਤੇ ਗੁੜ ਦੇਣਾ ਤਾਂ 1/2 ਕਿਲੋ ਦੇਣਾ। ਗੁੜ 1/2 ਕਿਲੋ, ਘਿਓ ਪਾ ਦੇਣਾ। ਪੂਰਾ ਮਹੀਨਾ? ਪੂਰਾ ਮਹੀਨਾ ਵਿੱਚ 1 ਦਿਨ ਛੱਡ ਕੇ 1 ਦਿਨ ਫੇਰ ਦੇ ਲਈਦਾ। 1 ਦਿਨ ਛੱਡ ਕੇ 1 ਦਿਨ? ਜਰਾ ਗ੍ਰਾਨ ਨਹੀਂ ਹੁੰਦੀ। ਠੀਕ ਹੋ ਗਿਆ, ਜ਼ਬਰਦਸਤ। ਇਹ ਤੇ ਟਿਪ ਹੋ ਗਈ ਨਾ ਵੀ ਉਹ ਸਿਹਤਮੰਦ ਹੋ ਜਾਏਗੀ। ਸਿਹਤਮੰਦ ਹੋ ਜਾਏਗੀ। ਅੱਛਾ, ਉਸ ਤੋਂ ਬਾਅਦ ਉਹ ਸੂਈ ਜਾਂਦੀ ਹੈ? ਹਾਂਜੀ। ਤੇ ਫਿਰ ਬੱਚੇ ਦੀ ਕਿਸ ਤਰ੍ਹਾਂ ਧਿਆਨ ਰੱਖਣਾ ਹੈ ਕਿ ਬੱਚਾ ਬਚ ਜਾਏ? ਬੱਚੇ ਨੂੰ ਦੁੱਧ ਛੱਡੀ ਜਾਈਏ ਤੇ ਬੱਚੇ ਨੂੰ ਅੱਧਾ ਦੁੱਧ 2 ਮਹੀਨੇ ਪੂਰੇ ਛੱਡੀਏ ਤੇ ਬੱਚਾ ਫਿਰ ਫੁੱਲਰ ਪੈਂਦਾ ਬੜਾ। ਯਾਨੀ ਅੱਧਾ ਦੁੱਧ ਤੁਸੀਂ 2 ਮਹੀਨੇ ਛੱਡਦੇ ਰਹੋ? ਜੇ ਤੇ ਬਹੁਤਾ ਦੁੱਧ ਜਾਨਵਰ ਥੱਲੇ, ਫਿਰ ਅੱਧਾ ਦੁੱਧ ਨਹੀਂ ਪੀਤਾ ਜਾਂਦਾ। ਫਿਰ ਅਗਲੇ ਅਸੀਂ 2 ਥਾਣ ਛੱਡਨੇ ਆ ਮਈਆਂ ਦੇ। ਗਾਈਆਂ ਦੇ ਅਗਲੇ ਥਾਣਾ ਹੀ ਬਹੁਤਾ ਦੁੱਧ। ਠੀਕ ਹੈ। ਗਾਈਆਂ ਦੇ ਪਿਛਲੇ ਛੱਡੀ ਤੇ। ਠੀਕ ਹੋ ਗਿਆ। ਉਹ ਫਿਰ ਤੀਸਰਾ ਦੁੱਧ ਨੂੰ ਛੱਡੀ ਦਾ। ਯਾਨੀ ਹਿਸਾਬ ਲਾ ਲੈਣਾ ਕਿ ਬੱਚੇ ਦੀ ਸਿਹਤ ਠੀਕ ਹੈ। ਸਿਹਤ ਜਿਵੇਂ ਦੁੱਧ ਪਚਾ ਲੇ, ਠੀਕ ਹੈ, ਉਹਨਾਂ ਕੋ ਨੂੰ ਪਿਆਲੀ ਦਾ। ਜਦੋਂ ਉਹ ਸੂੰਦੀ ਹੈ ਜਿਸ ਦਿਨ, ਹਾਂਜੀ, ਉਸ ਦਿਨ ਬੱਚੇ ਦਾ ਧਿਆਨ ਕਿਵੇਂ ਰੱਖੀਦਾ ਹੈ? ਉਹਨੂੰ ਜਰਾ ਸਾਫ ਸੂਫ ਜਾਲਾ ਜੂਲਾ ਸਾਫ ਕਰੀਦਾ, ਮੂੰਹ 'ਚ ਹੱਥ ਮਾਰੀਦਾ, ਕੰਨਾਂ 'ਚ ਤੇ ਗੁੜ ਉਂਗਲ ਨੂੰ ਲਾ ਕੇ ਤੇ ਚੰਗਾਈ ਦਾ, ਉਹਨੂੰ ਪਤਾ ਲੱਗ ਜਾ ਤੇ ਮੈਂ ਇਸ ਤਰ੍ਹਾਂ ਥਣ ਚੁੰਗਣਾ।
ਤੇ ਫਿਰ ਉਸ ਤੋਂ ਬਾਅਦ ਰੂਟੀਨ 'ਚ ਉਹ ਫਿਰ ਆਪੇ ਚੁੰਗਣ ਲੱਗ ਪੈਂਦਾ ਜਾ ਪਤਾ ਲੱਗ ਜਾਂਦਾ ਜਦੋਂ ਉਂਗਲ ਨੂੰ ਅੱਲਾ ਸਾਰੇ ਰਾਹ ਪਿਆ ਚਲੋ ਨਾ ਤੇ ਉਂਗਲ ਨੂੰ ਲਾ ਕੇ ਗੋੜੋ ਦੀ ਬਰਾਸ਼ ਵਿੱਚ ਦੇਣਾ ਉਹਨੂੰ ਸਵਾਦ ਪੈ ਜਾਣਾ ਚੁੰਗਣ ਦਾ ਠੀਕ ਹੈ ਉਹ ਫਿਰ ਮਹੀਂ ਥੱਲੇ ਜਾਂ ਗਾਂ ਥੱਲੇ ਪੈ ਜਾਂਦਾ ਉਹਨੂੰ ਪਤਾ ਲੱਗ ਜਾਂਦਾ। ਅੱਛਾ ਚਾਚਾ ਇਹ ਤੇ ਹੋ ਗਿਆ ਨਾ ਵੀ ਉਹ ਠੀਕ ਹੈ ਕੁਝ ਬੱਚੇ ਮਿੱਟੀ ਖਾ ਕੇ ਵੀ ਮਰ ਜਾਂਦੇ ਨੇ ਉਹਦਾ ਜਿਹੜਾ ਛਿੱਕੀ ਛੁੱਕੀ ਚਾੜੀ ਦੀ ਮਿੱਟੀ ਨਹੀਂ ਖਾਂਦੇ ਅਗਰ ਦੁੱਧ ਰਾਜ ਕੇ ਪਿਲਾਇਆ ਜਾਏ ਤੇ ਫਿਰ ਵੀ ਖਾ ਲੈਂਦੇ ਮਿੱਟੀ ਫੇਰ ਵੀ ਖਾ ਲੈਂਦੇ ਨੇ ਜਾਨੇ ਖਾ ਲੈ ਦੁੱਧ ਰਾਜ ਕੇ ਪੀਏ ਤੇ ਵੀ ਖਾ ਆ ਫਿਰ ਉਹ ਨਾਲੋਂ ਨਾਲ ਨਾ ਸਾਫ਼ ਹੁੰਦੇ ਜਾਂਦੇ ਨੇ ਨਾ ਦੁੱਧ ਬਹੁਤਾ ਪੀਣ ਤੇ ਠੀਕ ਹੈ ਜ਼ਬਰਦਸਤ ਹੈ ਹਾਂ ਚਾਚਾ ਅੱਛਾ ਤੂੰ ਇੱਕ ਮਿੰਟ ਅੱਛਾ ਚਾਚਾ ਇਹ ਦੱਸੋ ਕਿ ਅਗਰ ਕੋਈ ਨਵਾਂ ਬੰਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਹਾਂਜੀ ਤਾਂ ਸ਼ੁਰੂ ਚ ਉਹਨੂੰ ਕਿਸ ਕਿਸਮ ਦੇ ਜਾਨਵਰ ਲੈ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਖਾਂਗੜਾ ਮੱਝਾਂ ਝੋਟੀਆਂ ਕੱਟੀਆਂ ਉਹ ਜਾਂ ਤਾਜ਼ੀਆਂ ਮੱਝਾਂ ਕੰਜਾਂ ਮੱਝਾਂ ਝੋਟੀਆਂ ਲੈ ਲੈ ਤਾਂ ਬਹੁਤਾ ਫਾਇਦਾ ਹੈ ਉਹਨਾਂ ਦੀ 1 ਸਾਲ ਸੇਵਾ ਕਰ ਲੈ ਉਹ ਵਿੱਚ ਹੀ ਸੰਡਾ ਵੀ ਲੈ ਲੈ ਸੰਡਾ ਨਾਲ ਹੀ ਮਈਆਂ ਨਵੀਆਂ ਹੁੰਦੀਆਂ ਜਾਣ ਠੀਕ ਹੈ ਉਹਨਾਂ ਦੀ ਸੇਵਾ ਥੋੜੀ ਬਹੁਤੀ ਵੀ ਕਰੇ ਤਾਂ ਉਹ ਬਚ ਰਹਿੰਦੀਆਂ ਨੇ ਕਿਉਂ ਕੰਜਾਂ ਝੋਟੀਆਂ ਹੁੰਦੀਆਂ ਨੇ ਉਹ ਸੁੱਕੇ ਗਿੱਲੇ ਵੀ ਖਾ ਕੇ ਬਚ ਰਹਿੰਦੀਆਂ ਠੀਕ ਹੈ ਉਹ ਡਬਲ ਹੋ ਜਾਂਦੀਆਂ ਨੇ ਹੁਣ 2 ਲੱਖ ਦੀ ਜੇ ਲਈਏ ਹਾਂਜੀ ਤਾਂ 2 ਲੱਖ ਦੀ 1 ਸਾਲ ਨਵਾਂ 10 ਮਹੀਨਿਆਂ ਬਾਅਦ ਹੋ ਜੇ ਤਾਂ ਹੋਰ ਕੀ ਚਾਹੀਦਾ। ਠੀਕ ਹੈ ਬਹੁਤ ਸ਼ੁਕਰੀਆ ਚਾਚਾ ਤੁਸੀਂ ਬੜੀ ਬੇਸ਼ਕੀਮਤ ਮਾਲੂਮਾਤ ਦਿੱਤੀਆਂ ਨੇ ਤੁਹਾਡਾ ਬਹੁਤ ਸ਼ੁਕਰੀਆ। ਹਾਂਜੀ ਅੱਛਾ ਚਾਚਾ ਅਗਰ ਕਿਸੇ ਬੰਦੇ ਨੇ ਕੋਈ ਮੱਝ ਖਰੀਦਣੀ ਹੋਏ ਜਾਂ ਕੋਈ ਹੋਰ ਮਾਲੂਮਾਤ ਲੈਣੀ ਹੋਵੇ ਤਾਂ ਤੁਹਾਡੇ ਨਾਲ ਰਾਬਤਾ ਕਰ ਸਕਦੇ ਘਰ ਸਕੇ ਲੈ ਕੋਈ ਲਿਆ ਨੰਬਰ ਲਿਖਾ ਦੇਣਾ ਮੈਂ ਦਿਖਾ ਦਿਓ 0341 ਜੀ 80 ਜੀ 64 64 026 0341 80 64 0341 80 64 026